11 ਰੁਪਈਆਂ ਦੇ ਵਿੱਚ ਲੋੜਵੰਦਾਂ ਨੂੰ ਕੱਪੜਾ, 11 ਰੁਪਈਆਂ ਦੇ ਵਿੱਚ ਕੋਈ ਟੀਵੀ, ਫ੍ਰਿਜ, ਵਾਸ਼ਿੰਗ ਮਸ਼ੀਨ, ਕੂਲਰ ਜਾਂ ਕਿਸੇ ਤਰੀਕੇ ਦਾ ਕੋਈ ਇੱਥੇ ਸਮਾਨ ਆਉਂਦਾ ਹੈ, ਉਹ 11 ਰੁਪਈਆਂ 'ਚ ਲੋੜਵੰਦਾਂ ਨੂੰ ਪ੍ਰੋਵਾਈਡ ਕੀਤਾ ਜਾਂਦਾ ਹੈ। ਉਹਦੇ ਨਾਲ 11 ਰੁਪਈਆਂ ਦੇ ਵਿੱਚ ਦੁਪਹਿਰ ਦਾ ਖਾਣਾ ਅਤੇ 11 ਰੁਪਈਆਂ 'ਚ ਦਵਾਈ ਅਤੇ ਇੱਕ ਬਾਹਰ ਐਂਬੂਲੈਂਸ ਸੇਵਾ ਆ ਜੋ ਕਿ 24 ਘੰਟੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੈ ਔਰ ਉਸ ਦੀ ਪੇਟਾ ਵੀ ਸਿਰਫ 11 ਰੁਪਏ ਹੈ। ਦੇਖੋ ਜੀ, ਬਹੁਤ ਹੀ ਜਲਦ 2 ਜਾਂ 3 ਦਿਨਾਂ ਦੇ ਵਿੱਚ ਅਸੀਂ ਇਹਦੀ ਓਪਨਿੰਗ ਕਰਨ ਜਾ ਰਹੇ ਹਾਂ ਔਰ ਇਸ ਰਾਸ਼ਨ ਦੇ ਵਿੱਚ ਕੀ ਰਹੇਗਾ ਕਿ 1111 ਰੁਪਏ ਲੋੜਵੰਦ ਪਰਿਵਾਰਾਂ ਦੇ ਕੋਲੋਂ ਇੱਕ ਵਾਰ ਲਿੱਤੇ ਜਾਣਗੇ। ਉਹਦੇ ਵਿੱਚ ਕਿ ਜਿਹੜੇ ਕਿ ਵਿਡੋ ਫੈਮਲੀਜ਼ ਨੇ, ਜਿਹੜੀਆਂ ਵਿਡੋ ਲੇਡੀਜ਼ ਨੇ ਜਾਂ ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਸਹਾਰਾ ਨਹੀਂ ਹੈ, ਕੋਈ ਕਮਾਉਣ ਵਾਲਾ ਨਹੀਂ ਹੈ, 1111 ਰੁਪਏ ਇੱਕ ਵਾਰ ਉਹਨਾਂ ਕੋਲੋਂ ਲੈ ਕੇ ਉਹਨਾਂ ਨੂੰ ਹਰ ਮਹੀਨੇ 500 ਰੁਪਏ ਦਾ ਰਾਸ਼ਨ ਦਿੱਤਾ ਜਾਏਗਾ ਔਰ 1 ਸਾਲ ਨਿਰੰਤਰ ਉਹਨਾਂ ਨੂੰ ਇਹ ਰਾਸ਼ਨ ਦਿੱਤਾ ਜਾਏਗਾ। ਸਾਡੀ NGO ਵੱਲੋਂ ਔਰ ਸੰਗਤ ਦੇ ਸਹਿਯੋਗ ਸਦਕਾ ਔਰ ਸਾਡੇ ਸ਼ਰਮਾ ਜੀ ਜੋ ਜਲੰਧਰ ਹਾਈਟਸ ਦੇ ਵਿੱਚ ਰਹਿੰਦੇ ਨੇ, ਉਹਨਾਂ ਦੇ ਸਹਿਯੋਗ ਸਦਕਾ ਇਹ ਐਂਬੂਲੈਂਸ ਸਟਾਰਟ ਕੀਤੀ ਗਈ। ਜਿਨ੍ਹਾਂ ਦੇ ਜੋ ਫਾਈਨੈਂਸ਼ੀਅਲੀ ਤੌਰ ਦੇ ਉੱਤੇ ਸਮਰੱਥ ਨਹੀਂ ਨੇ, ਜਿਨ੍ਹਾਂ ਕੋਲ ਪੈਸਿਆਂ ਦੀ ਤੰਗੀ ਹੈ, ਉਹ ਸਾਡੀ NGO ਨਾਲ ਸੰਪਰਕ ਕਰ ਸਕਦੇ ਨੇ। ਉਹਨਾਂ ਨੂੰ ਚਾਹੇ ਅਦਰ ਸਟੇਟ ਹੈ, ਚਾਹੇ ਅਦਰ ਸਿਟੀ ਹੈ, ਕਿਤੇ ਵੀ 11 ਰੁਪਈਆਂ ਦੇ ਵਿੱਚ ਇਹ ਸੇਵਾ ਦਿੱਤੀ ਜਾਏਗੀ। ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰੋ ਸਨੇਹਾ TV। ਮੈਂ ਦਵਿੰਦਰ ਮੰਡ। ਦੁਨੀਆ ਵਿੱਚ ਬਹੁਤ ਤਰ੍ਹਾਂ ਦੇ ਲੋਕ ਹੁੰਦੇ ਨੇ, ਚੰਗੇ ਵੀ ਹੁੰਦੇ ਨੇ, ਮਾੜੇ ਵੀ ਹੁੰਦੇ ਨੇ, ਪਰ ਦੁਨੀਆ ਦੇ ਵਿੱਚ ਖਾਸ ਲੋਕ ਵੀ ਹੁੰਦੇ ਨੇ ਜੋ ਮਨੁੱਖਤਾ ਦੀ ਸੇਵਾ ਕਰਦੇ ਨੇ, ਜੋ ਮਨੁੱਖਤਾ ਦੀ ਭਲਾਈ ਕਰਦੇ ਨੇ। ਇਹੋ ਜਿਹੀ ਸ਼ਖਸੀਅਤ ਦੇ ਨਾਲ ਅੱਜ ਤੁਹਾਨੂੰ ਰੂਬਰੂ ਕਰਵਾਵਾਂਗੇ ਜਿਨ੍ਹਾਂ ਦਾ ਇੱਕ ਆਖਰੀ ਵੈਲਫੇਅਰ ਸੁਸਾਇਟੀ NGO ਹੈ, ਜਿਨ੍ਹਾਂ ਨੇ 11 ਰੁਪਏ ਦੇ ਵਿੱਚ ਕੱਪੜਾ, 11 ਰੁਪਏ ਦੇ ਵਿੱਚ ਦਵਾਈ ਤੇ 11 ਰੁਪਏ ਦੇ ਵਿੱਚ ਜਿਹੜਾ ਖਾਣਾ ਹੈ ਸਭ ਕੁਝ ਪ੍ਰੋਵਾਈਡ ਕੀਤਾ ਹੋਇਆ ਲੋਕਾਂ ਨੂੰ ਤੇ ਸੇਵਾ ਕਰ ਰਹੇ ਨੇ। ਜੋ ਉਹਨਾਂ ਦਾ ਨਾਮ ਹੈ ਜਤਿੰਦਰ ਸਿੰਘ, ਜੋ ਇਸ NGO ਦੀ ਅਗਵਾਈ ਕਰਦੇ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਅੱਜ ਉਹਨਾਂ ਦੇ NGO ਪਹੁੰਚੇ ਹਾਂ। ਸਤਿ ਸ਼੍ਰੀ ਅਕਾਲ ਜਤਿੰਦਰ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ? ਬਹੁਤ ਵਧੀਆ ਜੀ, ਸ਼ੁਕਰਾਨਾ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗਾ ਕਿ ਆਖਰੀ ਉਮੀਦ ਵੈਲਫੇਅਰ ਸੁਸਾਇਟੀ, ਜਿਹੜਾ ਆਖਰੀ ਉਮੀਦ ਨਾਮ ਰੱਖਿਆ ਹੈ, ਇਹ ਮੈਂ ਬਾਅਦ ਵਿੱਚ ਪੁੱਛੂੰਗਾ, ਪਰ ਸਭ ਤੋਂ ਪਹਿਲਾਂ ਇਹ ਪੁੱਛਣਾ ਚਾਹੁੰਦਾ ਕਿ ਜ਼ਰੂਰਤ ਕਿਵੇਂ ਲੱਗੀ ਕਿ NGO ਬਣਾਇਆ ਜਾਵੇ, ਕਿਸ ਤਰ੍ਹਾਂ ਦਾ? ਜੀ ਦੇਖੋ, ਕਰੋਨਾ ਕਾਲ ਦੇ ਚਲਦਿਆਂ ਬਹੁਤ ਸਾਰੇ ਸਾਡੇ ਪਰਿਵਾਰ, ਬਹੁਤ ਸਾਰੇ ਸਾਡੇ ਵੀਰ ਭੈਣਾਂ ਇਸ ਤਰ੍ਹਾਂ ਦੇ ਸੀਗੇ ਜਿਹੜੇ ਕਿ ਜੋਬਲੈਸ ਹੋ ਗਏ। ਜਾਂ ਤਾਂ ਉਹਨਾਂ ਦੀ ਜੋਬ ਚਲੇ ਗਈ ਜਾਂ ਉਹਨਾਂ ਦੀਆਂ ਜਿਹੜੀਆਂ ਤਨਖਾਹਾਂ ਸੀਗੀਆਂ ਉਹ ਹਾਫ ਰਹਿ ਗਈਆਂ ਔਰ ਦੇਖਣ 'ਚ ਆਇਆ ਕਿ ਉਹ ਪਾਰਟ ਟਾਈਮ ਕੰਮ ਕਰ ਰਹੇ ਸੀ ਔਰ ਉਹਨਾਂ ਦੀਆਂ ਜੋ ਮੁੱਖ ਜ਼ਰੂਰਤਾਂ ਸਨ ਉਹ ਸੀਗੀਆਂ ਰੋਟੀ, ਕੱਪੜਾ ਤੇ ਦਵਾਈ। ਜੀ ਔਰ ਉਸ ਨੂੰ ਦੇਖਦੇ ਹੋਏ ਇਸ ਸੰਸਥਾ ਵੱਲੋਂ ਜੋ ਉਪਰਾਲਾ ਸ਼ੁਰੂ ਕੀਤਾ ਗਿਆ ਸੀਗਾ, ਅੱਜ ਗੁਰੂ ਰਾਮਦਾਸ ਜੀ ਦੀ ਕਿਰਪਾ ਸਦਕਾ 11 ਰੁਪਈਆਂ ਦੇ ਵਿੱਚ ਲੋੜਵੰਦਾਂ ਨੂੰ ਕੱਪੜਾ, 11 ਰੁਪਈਆਂ ਦੇ ਵਿੱਚ ਕੋਈ ਟੀਵੀ, ਫ੍ਰਿਜ, ਵਾਸ਼ਿੰਗ ਮਸ਼ੀਨ, ਕੂਲਰ ਜਾਂ ਕਿਸੇ ਤਰੀਕੇ ਦਾ ਕੋਈ ਇੱਥੇ ਸਮਾਨ ਆਉਂਦਾ ਹੈ, ਉਹ 11 ਰੁਪਈਆਂ 'ਚ ਲੋੜਵੰਦਾਂ ਨੂੰ ਪ੍ਰੋਵਾਈਡ ਕੀਤਾ ਜਾਂਦਾ ਹੈ। ਉਹਦੇ ਨਾਲ 11 ਰੁਪਈਆਂ ਦੇ ਵਿੱਚ ਦੁਪਹਿਰ ਦਾ ਖਾਣਾ ਅਤੇ 11 ਰੁਪਈਆਂ 'ਚ ਦਵਾਈ ਅਤੇ ਇੱਕ ਬਾਹਰ ਐਂਬੂਲੈਂਸ ਸੇਵਾ ਆ ਜੋ ਕਿ 24 ਘੰਟੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੈ ਔਰ ਉਸ ਦੀ ਪੇਟਾ ਵੀ ਸਿਰਫ 11 ਰੁਪਏ ਹੈ। ਜੀ ਹੁਣ ਗੱਲ ਕਰਦੇ ਹਾਂ ਕਿ ਆਖਰੀ ਉਮੀਦ, ਇਹ ਨਾਮ ਕਿਵੇਂ ਰੱਖਿਆ ਗਿਆ ਤੇ ਤੁਹਾਡੀ ਜਿਹੜੀ NGO ਕਿਹੜੇ ਸਾਲ ਵਿੱਚ ਸ਼ੁਰੂ ਹੋਈ ਸੀ? ਜੀ, ਆਖਰੀ ਉਮੀਦ NGO ਦਾ ਗਠਨ 2018 ਦੇ ਵਿੱਚ ਕੀਤਾ ਗਿਆ ਔਰ 12 ਮੈਂਬਰੀ ਕਮੇਟੀ ਦੇ ਨਾਲ ਇਸ ਨੂੰ ਸਟਾਰਟ ਕੀਤਾ ਗਿਆ। ਦੇਖੋ, ਅਸੀਂ ਇਹ ਸੋਚਦੇ ਕਿ ਜਿਸ ਦੀ ਕੋਈ ਉਮੀਦ ਨਹੀਂ, ਜਦੋਂ ਬੰਦੇ ਦੀਆਂ ਸਾਰੀਆਂ ਉਮੀਦਾਂ ਟੁੱਟ ਜਾਂਦੀਆਂ ਤਾਂ ਉਸ ਦੀ ਆਖਰੀ ਉਮੀਦ ਉਹ ਪਰਮਾਤਮਾ ਵਾਹਿਗੁਰੂ ਅੱਲਾ ਬਚਦੀ ਹੈ, ਜਿਸ ਨੂੰ ਕਿ ਅਸੀਂ ਰੱਬ ਨੂੰ, ਉਸ ਪਰਮਾਤਮਾ ਨੂੰ ਅਸੀਂ ਵੱਖ-ਵੱਖ ਨਾਵਾਂ ਦੇ ਨਾਲ ਯਾਦ ਕਰਦੇ ਹਾਂ। ਔਰ ਮੈਂ ਸੋਚਦਾ ਕਿ ਇਨਸਾਨ ਜੋ ਵੀ ਹੈ, ਜੋ ਇਸ ਦੁਨੀਆ 'ਤੇ ਆਇਆ, ਉਸ ਨੂੰ ਧਾਰਮਿਕ ਬਣਨ ਤੋਂ ਪਹਿਲਾਂ ਇਨਸਾਨੀਅਤ ਅੰਦਰ ਹੋਣੀ ਜ਼ਰੂਰੀ ਹੈ। ਇਨਸਾਨ ਬਣੀਏ, ਲੋਕਾਂ ਦੀ ਮਨੁੱਖਤਾ ਦੀ ਸੇਵਾ ਲਈ ਅੱਗੇ ਆਈਏ ਔਰ ਅਸੀਂ ਇਹੀ ਚਾਹੁੰਦੇ ਕਿ ਸਾਰੇ ਧਰਮਾਂ ਦਾ ਨਾ ਕੋ ਬੈਰੀ ਨਾ ਹੀ ਬਗਾਨਾ, ਸਗਲ ਸੰਗ ਹਮ ਕੋ ਬਨਿਆਈ। ਸਾਰੇ ਧਰਮ ਦੇ ਲੋਕ ਇੱਥੇ ਆ ਕੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਨੇ ਔਰ ਜਿਨ੍ਹਾਂ ਦੇ ਘਰਾਂ 'ਚੋਂ, ਪਰਿਵਾਰਾਂ ਦੇ ਜੋ ਲਗਾਤਾਰ ਸਮਾਨ ਸਾਨੂੰ ਭੇਜ ਰਹੇ ਨੇ, ਉਹਨਾਂ ਨੂੰ ਸਾਨੂੰ ਅਸੀਸਾਂ ਦੇ ਕੇ ਜਾਂਦੇ ਨੇ ਔਰ ਬਹੁਤ ਬਲੈਸਿੰਗਸ ਵਾਲਾ ਦੁਆਵਾਂ ਦੇ ਕੇ ਜਾਂਦੇ ਨੇ ਜਦੋਂ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ। ਆਖਰੀ ਉਮੀਦ ਦਾ ਗਠਨ 2018 'ਚ ਕੀਤਾ ਗਿਆ ਸੀ। ਜੀ, ਇਸ ਦੇ ਨਾਲ ਇੱਕ ਹੋਰ ਸਵਾਲ ਪੁੱਛਣਾ ਚਾਹੂੰਗਾ ਕਿ ਕਈ ਵਾਰ ਕੀ ਹੁੰਦਾ ਕਿ ਲੋਕ ਜੋ ਸਮਾਨ ਲੈਣ ਆਉਂਦੇ ਨੇ ਜਾਂ ਦੇਣ ਜਾਂਦੇ ਨੇ, ਕਈ ਵਾਰ ਕੀ ਹੁੰਦਾ ਕਿ ਉਹਨਾਂ ਨੂੰ ਲੋੜ ਨਹੀਂ ਹੁੰਦੀ ਸਮਾਨ ਦੀ। ਕੀ ਤੁਸੀਂ ਪਹਿਲਾਂ ਪੁੱਛ ਪੜਤਾਲ ਕਰਦੇ ਹੋ ਕਿ ਇਸ ਪਰਿਵਾਰ ਨੂੰ ਇਸ ਜਿੱਦਾਂ ਫ੍ਰਿਜ ਦੀ ਲੋੜ ਆ ਜਾਂ ਕਿਸੇ ਮਿਕਸਚਰ ਦੀ ਲੋੜ ਹੈ, ਇਸ ਤਰ੍ਹਾਂ ਤੁਸੀਂ ਪੁੱਛ ਪੜਤਾਲ ਕਰਦੇ ਹੋ? ਦੇਖੋ ਵੀਰ ਜੀ, ਜੋ ਤੇ ਕੱਪੜੇ 11 ਰੁਪਈਆਂ ਦੇ ਵਿੱਚ ਦਿੱਤੇ ਜਾਂਦੇ, ਉਹਦੇ ਵਾਸਤੇ ਕੋਈ ਪੁੱਛ ਪੜਤਾਲ ਨਹੀਂ ਕੀਤੀ ਜਾਂਦੀ, ਲੇਕਿਨ ਉਹ ਸਾਨੂੰ ਪਤਾ ਲੱਗ ਜਾਂਦਾ ਕਿ ਅਗਰ ਕੋਈ 50 ਕੱਪੜੇ 60 ਕੱਪੜੇ ਸਿੱਧੇ ਜ਼ਿਆਦਾ ਲੈਣ ਆਇਆ ਤੇ ਉਹ ਬਾਹਰ ਮਾਰਕੀਟ ਦੇ ਵਿੱਚ ਸੇਲ ਕਰ ਸਕਦਾ ਹੈ, ਵੇਚ ਸਕਦਾ ਹੈ, ਉਹਨੂੰ ਕੱਪੜਿਆਂ ਤੋਂ ਮਨਾਹੀ ਹੈ। ਜੋ ਪਰਿਵਾਰਕ ਮੈਂਬਰ ਇੱਥੇ ਆਉਂਦੇ ਨੇ ਉਹ 10 ਕੱਪੜੇ, 5 ਕੱਪੜੇ, 3 ਕੱਪੜੇ ਲੈ ਕੇ ਜਾਂਦੇ, ਉਹਨਾਂ ਨੂੰ ਕੋਈ ਮਨਾਹੀ ਨਹੀਂ ਹੈ। ਵੱਡਾ ਸਮਾਨ ਜੋ ਆਉਂਦਾ ਹੈ, ਕੋਈ ਟੀਵੀ, ਫ੍ਰਿਜ, ਵਾਸ਼ਿੰਗ ਮਸ਼ੀਨ, ਕੂਲਰ ਆਉਂਦਾ ਹੈ, ਉਹਦੇ ਵਿੱਚ ਕੀ ਹੈ ਕਿ ਉਹਨਾਂ ਦਾ ਆਧਾਰ ਕਾਰਡ ਜਮ੍ਹਾਂ ਕੀਤਾ ਜਾਂਦਾ ਇੱਥੇ ਤੇ ਔਰ ਉਹਨਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਸਮਾਨ ਜੋ ਤੁਸੀਂ ਲੈ ਕੇ ਜਾ ਰਹੇ ਹੋ ਇਹ ਦਸਵੰਧ ਦਾ ਸਮਾਨ ਹੈ ਔਰ ਇਹਨੂੰ ਤੁਸੀਂ ਸੇਲ ਨਹੀਂ ਕਰਨਾ, ਇਹਨੂੰ ਤੁਸੀਂ ਵੇਚਣਾ ਨਹੀਂ ਹੈ। ਕੁਝ ਪਰਿਵਾਰ ਸਾਡੇ ਕੋਲੋਂ ਇਸ ਤਰ੍ਹਾਂ ਦਾ ਸਮਾਨ ਲੈ ਜਾਂਦੇ ਨੇ ਜਿਹੜੇ ਕਿ ਬਾਹਰ ਜਾ ਕੇ ਸੇਲ ਕਰ ਦਿੰਦੇ ਨੇ। ਜਿਸ ਤਰ੍ਹਾਂ ਕਿ ਅਸੀਂ ਕਿਸੇ ਪਰਿਵਾਰ ਨੂੰ ਇੱਕ
ਆਪਣੀ ਵੀਲ ਚੇਅਰ ਦਿੱਤੀ ਸੀਗੀ ਜੀ। ਔਰ ਉਹਨਾਂ ਨੇ ਉਹ ਬਾਹਰ ਜਾ ਕੇ ਸੇਲ ਕਰ ਦਿੱਤੀ। ਮਹੀਨੇ ਬਾਅਦ ਜਦੋਂ ਉਹਨਾਂ ਦੇ ਘਰ ਗਏ ਤਾਂ ਉਹਨਾਂ ਨੇ ਸੇਲ ਕਰ ਦਿੱਤੀ ਹੋਈ ਸੀ ਜੀ। ਔਰ ਅੱਜ ਹੁਣ ਅਸੀਂ ਆਧਾਰ ਕਾਰਡ ਜਮ੍ਹਾਂ ਕਰਕੇ ਹੀ ਉਹਨਾਂ ਨੂੰ ਸਮਾਨ ਪ੍ਰੋਵਾਈਡ ਕਰ ਰਹੇ ਹਾਂ। ਜੀ ਜਿਵੇਂ ਮੈਨੂੰ ਪਹਿਲਾਂ ਵੀ ਮੈਂ ਇਸ ਚੀਜ਼ ਨਾਲ ਤੁਹਾਡੀ NGO ਨਾਲ ਵੀ ਜੁੜਿਆ ਕਾਫੀ ਸਮਾਂ ਹੋ ਗਿਆ ਮੈਨੂੰ ਖੁਦ, ਤੇ ਮੈਂ ਦੇਖਿਆ ਸੀ ਕਿ ਇੱਥੇ ਕੱਪੜਾ ਵੀ ਹੈ, ਰੋਟੀ ਵੀ ਹੈ, ਸਭ ਕੁਝ ਹੈ, ਪਰ ਮੈਂ ਇੱਕ ਚੀਜ਼ ਪਿੱਛੇ ਨਵੀਂ ਦੇਖ ਰਿਹਾ ਕਿ ਜੋ ਕਿ ਰਾਸ਼ਨ ਦਾ ਵੀ ਜਿਹੜਾ ਤੁਸੀਂ ਖੋਲ੍ਹ ਦਿੱਤਾ ਹੈ, ਇਹਦੇ ਬਾਰੇ ਥੋੜ੍ਹਾ ਦੱਸੋ ਕਿ ਰਾਸ਼ਨ ਦਾ ਕਿਸ ਤਰ੍ਹਾਂ ਆ ਤੇ ਕਿਸ ਤਰ੍ਹਾਂ ਤੁਸੀਂ ਪ੍ਰੋਵਾਈਡ ਕਰਦੇ ਹੋ। ਜੀ ਦੇਖੋ ਜੀ, ਬਹੁਤ ਹੀ ਜਲਦ 2 ਜਾਂ 3 ਦਿਨਾਂ ਦੇ ਵਿੱਚ ਅਸੀਂ ਇਹਦੀ ਓਪਨਿੰਗ ਕਰਨ ਜਾ ਰਹੇ ਹਾਂ ਔਰ ਇਸ ਰਾਸ਼ਨ ਦੇ ਵਿੱਚ ਕੀ ਰਹੇਗਾ ਕਿ 1111 ਰੁਪਏ ਲੋੜਵੰਦ ਪਰਿਵਾਰਾਂ ਦੇ ਕੋਲੋਂ ਇੱਕ ਵਾਰ ਲਿੱਤੇ ਜਾਣਗੇ। ਉਹਦੇ ਵਿੱਚ ਕਿ ਜਿਹੜੇ ਕਿ ਵਿਡੋ ਫੈਮਲੀਜ਼ ਨੇ, ਜਿਹੜੀਆਂ ਵਿਡੋ ਲੇਡੀਜ਼ ਨੇ ਜਾਂ ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਸਹਾਰਾ ਨਹੀਂ ਹੈ, ਕੋਈ ਕਮਾਉਣ ਵਾਲਾ ਨਹੀਂ ਹੈ, 1111 ਰੁਪਏ ਇੱਕ ਵਾਰ ਉਹਨਾਂ ਕੋਲੋਂ ਲੈ ਕੇ ਉਹਨਾਂ ਨੂੰ ਹਰ ਮਹੀਨੇ 500 ਰੁਪਏ ਦਾ ਰਾਸ਼ਨ ਦਿੱਤਾ ਜਾਏਗਾ ਔਰ 1 ਸਾਲ ਨਿਰੰਤਰ ਉਹਨਾਂ ਨੂੰ ਇਹ ਰਾਸ਼ਨ ਦਿੱਤਾ ਜਾਏਗਾ। 6000 ਰੁਪਏ ਦਾ ਰਾਸ਼ਨ ਮਾਤਰ 1111 ਰੁਪਏ 'ਚ ਦਿੱਤਾ ਜਾਏਗਾ। ਜੀ ਤੁਸੀਂ ਸਭ ਕੁਝ 11 ਰੁਪਏ ਦੇ ਵਿੱਚ ਲਾ ਰਹੇ ਸੀਗੇ, ਜਿਵੇਂ ਕੱਪੜਾ ਹੋ ਗਿਆ, ਰੋਟੀ ਹੋ ਗਈ, ਦਵਾਈਆਂ ਹੋ ਗਈਆਂ, ਮਨ ਵਿੱਚ ਕਿਵੇਂ ਆ ਕਿ ਜਿਹੜਾ ਐਂਬੂਲੈਂਸ ਦੀ ਸੇਵਾ ਉਹ ਸ਼ੁਰੂ ਕੀਤੀ ਜਾਵੇ? ਜੀ ਦੇਖੋ ਵੀਰ ਜੀ, ਇਸ NGO ਦਾ ਸਭ ਤੋਂ ਵੱਡੀ ਸੇਵਾ ਜੋ ਸੀਗੀ ਉਹ ਸੀਗੀ ਕਰੋਨਾ ਕਾਲ ਦੇ ਚਲਦਿਆਂ ਲੋਕਾਂ ਦੇ ਅੰਤਮ ਸੰਸਕਾਰਾਂ ਦੀ ਸੇਵਾ, ਜੋ ਕਿ ਉਸ ਪ੍ਰਮਾਤਮਾ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਸਹਾਈ ਹੋ ਕੇ ਲਈ। 699 ਸੰਸਕਾਰ ਆਖਰੀ ਉਮੀਦ NGO ਵੱਲੋਂ ਨਿਰੰਤਰ ਜਦੋਂ ਕਿ ਕਰੋਨਾ ਕਾਲ ਦੇ ਚਲਦਿਆਂ ਜਲੰਧਰ ਸ਼ਹਿਰ ਦੇ ਵਿੱਚ ਰੋਜ਼ ਮੌਤਾਂ ਹੋ ਰਹੀਆਂ ਸੀਗੀਆਂ ਔਰ ਉਸ ਟਾਈਮ ਦੇ ਉੱਤੇ ਕੋਈ ਰਿਲੇਟਿਵ, ਰਿਸ਼ਤੇਦਾਰ, ਯਾਰ ਦੋਸਤ, ਭਾਈ ਭੈਣ ਕੋਈ ਖੜਾ ਨਹੀਂ ਸੀ ਹੁੰਦਾ। ਉਸ ਟਾਈਮ ਦੇ ਉੱਤੇ ਇਹ ਸੰਸਕਾਰਾਂ ਦੀ ਸੇਵਾ ਨਿਭਾਈ ਗਈ ਜੀ ਔਰ ਉਹ ਸੰਸਕਾਰਾਂ ਦੀ ਸੇਵਾ ਨਿਭਾਉਂਦਿਆਂ ਹੋਇਆਂ ਉੱਥੇ ਮਹਿਸੂਸ ਹੋਇਆ ਕਿ ਆਪਾਂ ਮੀਡੀਆ ਤੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਦੇਖਿਆ ਕਿ ਬਹੁਤ ਸਾਰੇ ਐਂਬੂਲੈਂਸ ਵਾਲੇ ਸਾਡੇ ਵੀਰ ਜੋ ਕਿ ਬਹੁਤ ਆਪਣੀ ਮਰਜ਼ੀ ਦੀ ਰੇਟ ਵਸੂਲੀ ਕਰ ਰਹੇ ਸੀ ਔਰ ਬਹੁਤ ਸਾਰੇ ਲੋਕ ਜੋ ਕਿ ਐਂਬੂਲੈਂਸ ਦੀ ਠੱਗੀ ਦਾ ਸ਼ਿਕਾਰ ਹੋਏ ਜੀ। ਔਰ ਉਹਨੂੰ ਦੇਖਦੇ ਹੋਏ ਸਾਡੀ NGO ਵੱਲੋਂ ਔਰ ਸੰਗਤ ਦੇ ਸਹਿਯੋਗ ਸਦਕਾ ਔਰ ਸਾਡੇ ਸ਼ਰਮਾ ਜੀ ਜੋ ਜਲੰਧਰ ਹਾਈਟਸ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਸਹਿਯੋਗ ਸਦਕਾ ਇਹ ਐਂਬੂਲੈਂਸ ਸਟਾਰਟ ਕੀਤੀ ਗਈ ਔਰ ਅੱਜ ਇਹ ਐਂਬੂਲੈਂਸ ਦੀ ਸੇਵਾ ਸਿਰਫ 11 ਰੁਪਈਆਂ ਦੇ ਵਿੱਚ ਪ੍ਰੋਵਾਈਡ ਕੀਤੀ ਜਾਂਦੀ ਹੈ। ਚਾਹੇ ਉਹ ਸੇਮ ਸਿਟੀ ਹੋਵੇ, ਚਾਹੇ ਸੇਮ ਅਦਰ ਸਿਟੀ ਹੋਵੇ ਔਰ ਚਾਹੇ ਅਦਰ ਸਟੇਟ ਹੋਵੇ, ਉੱਥੇ ਸਿਰਫ ਮਾਤਰ 11 ਰੁਪਈਆਂ ਦੇ ਵਿੱਚ ਇਹ ਸੇਵਾ ਪ੍ਰੋਵਾਈਡ ਕੀਤੀ ਜਾਂਦੀ ਹੈ। ਮਤਲਬ ਕਹਿਣ ਤੋਂ ਭਾਵ ਹੈ ਕਿ ਕੋਈ ਵੀ ਜ਼ਿਲ੍ਹਾ ਹੋਵੇ, ਜ਼ਿਲ੍ਹੇ ਤੋਂ ਬਾਹਰ ਵੀ ਜਾ ਕੇ ਜੇ ਸਟੇਟ ਤੋਂ ਬਾਹਰ ਵੀ ਜਾਣਾ ਪਵੇ ਉਹ ਵੀ 11 ਰੁਪਏ ਦੇ ਵਿੱਚ? ਬਿਲਕੁਲ ਜੀ, ਬਿਲਕੁਲ 11 ਰੁਪਏ 'ਚ ਜਾ ਜਾਂਦਾ। ਬਟ ਇੱਥੇ ਮੈਂ ਇੱਕ ਗੱਲ ਕਲੀਅਰ ਕਰਨੀ ਚਾਹੁੰਦਾ ਆ, ਇਹ ਸਿਰਫ ਉਹਨਾਂ ਵਾਸਤੇ ਆ ਜਿਹੜੇ ਕਿ ਲੋੜਵੰਦ ਆ ਜੀ। ਦੇਖੋ ਕਿਸੇ ਵੇਲੇ ਆਪਣੇ ਘਰ ਦੇ ਵਿੱਚ 2-3 ਗੱਡੀਆਂ ਖੜੀਆਂ ਹੋਣ ਤੇ ਅਸੀਂ ਕਹਿ ਦਈਏ ਕਿ ਸਾਨੂੰ ਐਂਬੂਲੈਂਸ ਦੀ ਲੋੜ ਆ। ਮੈਂ ਬੇਨਤੀ ਕਰਨਾ ਚਾਹੁੰਦਾ ਕਿ ਉਹਨਾਂ ਪਰਿਵਾਰਾਂ ਵਾਸਤੇ, ਉਹਨਾਂ ਜੀਆਂ ਵਾਸਤੇ ਜਿਨ੍ਹਾਂ ਦੇ ਕੋਲ ਜੋ ਫਾਈਨੈਂਸ਼ੀਅਲੀ ਤੌਰ ਦੇ ਉੱਤੇ ਸਮਰੱਥ ਨਹੀਂ ਨੇ, ਜਿਨ੍ਹਾਂ ਕੋਲ ਪੈਸਿਆਂ ਦੀ ਤੰਗੀ ਹੈ, ਉਹ ਸਾਡੀ NGO ਨਾਲ ਸੰਪਰਕ ਕਰ ਸਕਦੇ ਨੇ। ਉਹਨਾਂ ਨੂੰ ਚਾਹੇ ਅਦਰ ਸਟੇਟ ਹੈ, ਚਾਹੇ ਅਦਰ ਸਿਟੀ ਹੈ, ਕਿਤੇ ਵੀ 11 ਰੁਪਈਆਂ ਦੇ ਵਿੱਚ ਇਹ ਸੇਵਾ ਦਿੱਤੀ ਜਾਏਗੀ ਜੀ। ਮੈਂ ਇੱਥੇ ਇੱਕ ਗੱਲ ਪੁੱਛਣੀ ਚਾਹੂੰਗਾ ਕਿ ਤੁਸੀਂ ਗੱਲ ਕੀਤੀ ਕਿ 699 ਜਿਹੜੇ ਤੁਸੀਂ ਸੰਸਕਾਰ ਕਰੋਨਾ ਦੌਰਾਨ ਕੀਤੇ ਗਏ, ਮਤਲਬ ਸਭ ਤੋਂ ਜਿਹੜਾ ਪਹਿਲੋਂ ਸੰਸਕਾਰ ਕੀਤਾ ਗਿਆ, ਕਿਵੇਂ ਆਇਆ ਕਿ ਸੰਸਕਾਰ ਕੀਤਾ ਜਾਵੇ ਜਾਂ ਕਿਵੇਂ ਸੇਵਾ ਕੀਤੀ ਜਾਵੇ? ਇਸ ਤਰ੍ਹਾਂ ਕਿਵੇਂ ਕੋਈ ਹਾਦਸਾ ਹੋਇਆ ਜਾਂ ਕਿਸ ਤਰ੍ਹਾਂ? ਇਹ ਵੀਰ ਜੀ ਹਾਦਸਾ ਇਨਸਾਨੀਅਤ ਨਾਲ ਹੋਇਆ ਕਿ ਲੁਧਿਆਣਾ ਦੇ ਵਿੱਚ ਇੱਕ ਸਭ ਤੋਂ ਪਹਿਲੀ ਜਿਹੜੀ ਡੈਥ ਹੋਈ ਕਰੋਨਾ ਦੇ ਨਾਲ, ਲੁਧਿਆਣੇ ਦੇ ਵਿੱਚ ਜਦੋਂ ਕਰੋਨਾ ਦੇ ਨਾਲ ਇੱਕ ਡੈਥ ਹੋਈ ਸੀ ਤੇ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਪ੍ਰਸ਼ਾਸਨ ਨੂੰ ਮਨਾ ਕਰ ਦਿੱਤਾ ਸੀਗਾ ਉਹਨਾਂ ਦਾ ਸੰਸਕਾਰ ਕਰਨ ਤੋਂ। ਔਰ ਉਹ ਮੈਂ ਸੋਚਦਾ ਸੀਗਾ ਕਿ ਜਿਸ ਮਾਂ ਨੇ, ਜਿਸ ਪਿਓ ਨੇ ਸਾਨੂੰ ਉਂਗਲ ਲਾ ਕੇ ਵੱਡਿਆਂ ਕੀਤਾ ਔਰ ਅਖੀਰ ਦੇ ਉੱਤੇ ਅਸੀਂ ਸੰਸਕਾਰ ਕਰਨ ਵਾਸਤੇ ਜਾਂ ਉਹਨਾਂ ਦੇ ਅੰਤਮ ਸਮੇਂ ਵਾਸਤੇ ਅਸੀਂ ਉਹਨਾਂ ਦੇ ਨਾਲ 1 ਮਿੰਟ 'ਚ ਰਿਸ਼ਤਾ ਤੋੜ ਦਿੱਤਾ ਔਰ ਪ੍ਰਸ਼ਾਸਨ ਨੇ ਉਹਨਾਂ ਦਾ ਸੰਸਕਾਰ ਕੀਤਾ। ਉਹ ਦੇਖਦੇ ਹੋਏ, ਉਹ ਵੀਡੀਓ ਨੂੰ ਦੇਖ ਕੇ ਅਸੀਂ ਬਹੁਤ ਮਨ ਭਾਵੁਕ ਹੋਇਆ ਔਰ ਉਹਨੂੰ ਦੇਖਦੇ ਹੋਏ ਅਸੀਂ ਇੱਥੇ ਸਾਰਿਆਂ ਦੇ ਨਾਲ ਮੀਟਿੰਗ ਕਰਕੇ ਇਹ ਸੇਵਾਵਾਂ ਸ਼ੁਰੂ ਕੀਤੀਆਂ ਜੀ। ਮਤਲਬ ਦੇਖਿਆ ਜਾਵੇ ਕਿ ਉਹ ਜਿਹੜਾ ਸਮਾਂ ਸੀ ਕਰੋਨਾ ਦਾ, ਉਹ ਬਹੁਤ ਨਾਜ਼ੁਕ ਸਮਾਂ ਕਹਿ ਸਕਦੇ, ਬਹੁਤ ਡਰਾਉਣ ਵਾਲਾ ਸਮਾਂ ਸੀਗਾ, ਪਰ ਤੁਹਾਡੇ ਪਰਿਵਾਰ ਨੇ ਮਨਾ ਨਹੀਂ ਕੀਤਾ ਕਿ ਕਰੋਨਾ ਦਾ ਜਿਹੜਾ ਕਹਿਰ ਚੱਲ ਰਿਹਾ ਤੁਸੀਂ ਬਾਹਰ ਨਾ ਜਾਓ? ਨਹੀਂ ਵੀਰ ਜੀ, ਫੈਮਿਲੀ ਵਾਲਿਆਂ ਨੇ ਵੀ ਮਨਾ ਕੀਤਾ ਔਰ ਇੱਥੇ ਜੋ ਸਾਡੇ ਇਸ NGO ਦੇ ਮੈਂਬਰ ਸੀਗੇ, ਜਦੋਂ 13-14 ਮੈਂਬਰਾਂ ਨਾਲ ਮੀਟਿੰਗ ਕੀਤੀ ਗਈ, ਗੱਲ ਕੀਤੀ ਗਈ ਔਰ ਉਹਨਾਂ ਦੇ ਵਿੱਚੋਂ ਸਿਰਫ 3 ਮੈਂਬਰ ਰੈਡੀ ਹੋਏ, ਬਾਕੀ ਸਾਰਿਆਂ ਨੇ ਮੌਕੇ ਦੇ ਉੱਤੇ ਜਵਾਬ ਦੇ ਦਿੱਤਾ ਕਿ ਕਰੋਨਾ ਦੇ ਕਾਲ ਦੇ ਚਲਦਿਆਂ ਕੱਲ ਨੂੰ ਸਾਡੇ ਬੱਚੇ ਨੇ, ਸਾਡਾ ਪਰਿਵਾਰ ਹੈ, ਸਾਡੇ ਬਜ਼ੁਰਗ ਨੇ ਔਰ ਸਾਨੂੰ ਵੀ ਕਿਸੇ ਤਰੀਕੇ ਦਾ ਕੁਝ ਹੋ ਸਕਦਾ ਹੈ ਔਰ ਉਹਨਾਂ ਨੇ ਸਾਡਾ ਸਾਥ ਨਹੀਂ ਦਿੱਤਾ। ਔਰ ਉਹ 3 ਮੈਂਬਰਾਂ ਤੋਂ ਅੱਜ ਸ਼ੁਰੂ ਹੋ ਕੇ ਜਿੱਦਾਂ ਉਸ ਫੇਸਬੁੱਕ ਦੇ ਉੱਤੇ, ਮੀਡੀਆ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਆਖਰੀ ਉਮੀਦ NGO ਸੰਸਕਾਰਾਂ ਦੀ ਸੇਵਾ ਨਿਭਾਉਂਦੀ ਰਹੀ, ਉੱਦਾਂ ਹੀ ਸਾਡੇ ਨਾਲ ਪਬਲਿਕ ਨਿਰੰਤਰ ਰੂਪ ਦੇ ਵਿੱਚ ਸੇਵਾ ਕਰਦੀ ਰਹੀ, ਲੋਕ ਜੁੜਦੇ ਰਹੇ। ਅੱਜ ਇਸ NGO ਦੇ ਵਲੰਟੀਅਰਸ ਦੀ ਗੱਲ ਕੀਤੀ ਜਾਵੇ, 60 ਤੋਂ 70 ਵਲੰਟੀਅਰ ਸਾਡੇ ਨਾਲ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ, ਅਲੱਗ-ਅਲੱਗ ਕਸਬਿਆਂ ਦੇ ਵਿੱਚ ਬੈਠ ਕੇ ਸੇਵਾ ਨਿਭਾ ਰਹੇ ਆ ਜੀ। ਦੇਖਣ ਵਿੱਚ ਆਇਆ ਸੀ ਕਿ ਤੁਸੀਂ ਪੰਜਾਬ ਤੋਂ ਬਾਹਰ ਜਦੋਂ ਹੜ੍ਹ ਆਏ ਸੀ ਪਹਾੜਾਂ ਦੇ ਵਿੱਚ, ਤੁਸੀਂ ਉੱਥੇ ਵੀ ਪਹੁੰਚ ਗਏ ਸੀਗੇ, ਉੱਥੇ ਜਾਣਾ ਕਿਵੇਂ ਹੋਇਆ?
ਦੇਖੋ ਜੀ, ਪਤਾ ਲੱਗਾ ਕਿ ਮਕਲੋਡਗੰਜ ਦੇ ਵਿੱਚ ਜਦੋਂ ਬੱਦਲ ਫਟੇ, ਹੜ੍ਹ ਆਏ ਔਰ ਉੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਔਰ ਸਾਡੇ ਉੱਥੇ ਬਹੁਤ ਸਾਰੇ ਪੰਜਾਬੀ ਵੀਰ ਜੋ ਕਿ ਉਸ ਟਾਈਮ ਦੇ ਉੱਤੇ ਫਸ ਗਏ। ਸਾਡੇ ਜਲੰਧਰ ਦੇ ਬਹੁਤ ਸਾਰੇ ਬੱਚੇ ਸੀਗੇ, ਭਰਾ ਸੀਗੇ, ਭੈਣਾਂ ਸੀਗੀਆਂ ਜਿਹੜੀਆਂ ਕਿ ਉੱਥੇ ਫਸ ਗਈਆਂ, ਬੱਚਿਆਂ ਦੇ ਨਾਲ, ਫੈਮਲੀਜ਼ ਦੇ ਨਾਲ ਉਹ ਗਏ ਹੋਏ ਸੀਗੇ। ਉਹ ਜਿੱਦਾਂ ਹੀ ਸਾਨੂੰ ਪਤਾ ਲੱਗਾ ਤੇ ਅਸੀਂ ਉਸੇ ਦਿਨ ਰਾਤ ਨੂੰ ਇੱਥੋਂ ਨਿਕਲੇ ਆਪਣੀ ਟੀਮ ਸਮੇਤ ਔਰ ਉੱਥੇ ਜੋ ਬਣਦੀ ਸੇਵਾ ਉਹਨਾਂ ਨੂੰ ਦਿੱਤੀ ਗਈ, ਉਹਨਾਂ ਦੇ ਬਾਈਕ, ਉਹਨਾਂ ਦੇ ਮੋਟਰਸਾਈਕਲ ਜੋ ਕਿ ਡਿਸਟਰੋਏ ਹੋ ਚੁੱਕੇ ਸੀਗੇ, ਉਹਨਾਂ ਨੂੰ ਗੱਡੀਆਂ ਦੇ ਵਿੱਚ ਲੈ ਕੇ ਜਲੰਧਰ ਲਿਆਂਦਾ ਗਿਆ। ਜੀ ਬਾਈ ਜੀ, ਜਿੱਦਾਂ ਦੇਖਿਆ ਜਾਵੇ ਕਿ ਉਹ ਜਿਹੜੀ ਸਿਚੁਏਸ਼ਨ ਸੀ ਬੜੀ ਕ੍ਰਿਟੀਕਲ ਸੀਗੀ, ਕਿਉਂਕਿ ਖੁਦ ਨੂੰ ਆਪਣਾ ਡਰ ਸੀਗਾ ਕਿ ਕਿਤੇ ਪਹਾੜ ਟੁੱਟ ਕੇ ਡਿੱਗ ਨਾ ਜਾਵੇ ਜਾਂ ਕੁਝ ਵੀ ਹੋ ਜਾਵੇ। ਕਿਸੇ ਮੈਂਬਰ ਨੇ ਮਨਾ ਵੀ ਕੀਤਾ ਸੀ ਜਾਣ ਨੂੰ ਕਿ ਨਹੀਂ ਜਾਣਾ? ਨਹੀਂ, ਉਹ ਇਸ ਤਰ੍ਹਾਂ ਕਿ ਗੁਰੂ ਰਾਮਦਾਸ ਜੀ ਦੀ ਬੜੀ ਕਿਰਪਾ ਤੇ ਹੁਣ ਤਾਂ ਸਾਰੇ ਹੀ ਮੈਂਬਰ ਸਾਡੇ ਨਾਲ ਇਸ ਸੰਸਥਾ ਦੇ ਨਾਲ ਮੋਢਾ ਜੋੜ ਕੇ ਹਮੇਸ਼ਾ ਹੀ ਹਰ ਇੱਕ ਤਰ੍ਹਾਂ ਦੀ ਸੇਵਾ ਨਿਭਾਉਣ ਵਾਸਤੇ ਤਤਪਰ ਖੜੇ ਨੇ। ਔਰ ਉਸ ਟਾਈਮ ਦੇ ਉੱਤੇ ਜਦੋਂ ਅਸੀਂ ਇੱਥੋਂ ਰਾਤੀ ਅਸੀਂ ਨੀਅਰ ਅਬਾਊਟ 10:30 ਵਜੇ ਚੱਲੇ ਹਾਂ ਔਰ ਜਦੋਂ ਅਸੀਂ ਉੱਥੇ ਪਹੁੰਚੇ ਹਾਂ ਉਹ ਤੜਕੇ 3 ਵਜੇ ਦਾ ਟਾਈਮ ਸੀਗਾ ਤੇ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਉੱਤੇ ਜਾਣ ਤੋਂ ਮਨਾ ਕਰ ਦਿੱਤਾ ਕਿਉਂਕਿ ਬਹੁਤ ਕ੍ਰਿਟੀਕਲ ਸਿਚੁਏਸ਼ਨ ਸੀ। ਫਿਰ ਜਦੋਂ ਸਵੇਰ ਹੋਈ 5 ਵਜੇ, 5:30, 6 ਵਜੇ ਉਦੋਂ ਅਸੀਂ ਉੱਤੇ ਗਏ। ਬਹੁਤ ਸਾਰੀਆਂ ਗੱਡੀਆਂ ਮਲਬੇ ਦੇ ਵਿੱਚ ਫਸੀਆਂ ਹੋਈਆਂ ਸੀਗੀਆਂ। ਬਹੁਤ ਸਾਰੇ ਸਾਡੇ ਭਰਾ ਜੋ ਕਿ ਹੋਟਲਾਂ ਦੇ ਵਿੱਚ ਫਸੇ ਹੋਏ ਸੀ ਔਰ ਡਰੇ ਹੋਏ ਸੀ, ਸਹਿਮੇ ਹੋਏ ਸੀ। ਉਹ ਜਦੋਂ ਆਖਰੀ ਉਮੀਦ NGO ਉੱਥੇ ਗਈ, ਉਹਨਾਂ ਨੂੰ ਇੱਕ ਸਹਾਰਾ ਮਿਲ ਗਿਆ ਔਰ ਉਹਨਾਂ ਨੂੰ ਇੱਥੇ ਲਿਜਾਣ ਦਾ ਪ੍ਰਬੰਧ ਕੀਤਾ ਗਿਆ। ਜੇ ਗੱਲ ਕੀਤੀ ਜਾਵੇ ਕਿ ਕੋਈ ਵੀ NGO ਚਲਾਉਣੀ ਹੋਵੇ ਜਾਂ ਕੋਈ ਸੰਸਥਾ ਚਲਾਉਣੀ ਹੋਵੇ, ਫੰਡਸ ਬਹੁਤ ਜ਼ਰੂਰੀ ਹੁੰਦੇ ਨੇ, ਫਾਈਨੈਂਸ਼ੀਅਲ ਸਪੋਰਟ ਬਹੁਤ ਜ਼ਰੂਰੀ ਹੁੰਦੀ ਆ। ਫਾਈਨੈਂਸ਼ੀਅਲ ਸਪੋਰਟ ਤੁਹਾਨੂੰ ਕਿਵੇਂ ਕੋਈ NRI ਵੀਰ ਕਰਦੇ ਨੇ ਜਾਂ ਸਰਕਾਰ ਦੀ ਸਪੋਰਟ ਹੈ ਜਾਂ ਕਿਵੇਂ ਫੰਡ ਜਿਹੜੇ ਅਰੇਂਜ ਕਰਦੇ ਹੋ? ਦੇਖੋ ਵੀਰ ਜੀ, ਇੱਦਾਂ ਹੈ ਕਿ ਸੰਸਥਾ ਨੂੰ ਜਿੰਨੇ ਵੀ ਸਾਡੇ ਮਾਨਯੋਗ ਮੰਤਰੀ ਨੇ, MLA ਸਾਹਿਬ ਨੇ ਔਰ ਕੌਂਸਲਰ ਸਾਹਿਬ ਨੇ, ਉਹਨਾਂ ਸਾਰਿਆਂ ਨੂੰ ਪਤਾ ਕਿ ਆਖਰੀ ਉਮੀਦ NGO ਲਗਾਤਾਰ ਨਿਰੰਤਰ ਸੇਵਾਵਾਂ ਨਿਭਾ ਰਹੀ ਹੈ ਔਰ ਉਹ ਵੀ ਸਾਡੇ ਨਾਲ ਮੋਢਾ ਜੋੜ ਕੇ ਖੜੇ ਨੇ, ਸਾਨੂੰ ਅਸੀਸਾਂ ਔਰ ਆਸ਼ੀਰਵਾਦ ਦਿੰਦੇ ਨੇ। ਉਹਨਾਂ ਦਾ ਤਹਿ ਦਿਲੋਂ ਧੰਨਵਾਦ। ਔਰ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ 699 ਪਰਿਵਾਰਾਂ ਦੇ ਜੀ ਚਲੇ ਗਏ, ਸੰਸਕਾਰਾਂ ਦੀ ਸੇਵਾ ਹੋਈ, ਅੱਜ ਉਹ ਪਰਿਵਾਰਾਂ ਦੇ ਉਹ ਫੈਮਲੀਜ਼ ਇਸ NGO ਦਾ ਪਾਰਟ ਬਣ ਚੁੱਕੇ ਨੇ, ਹਿੱਸਾ ਬਣ ਚੁੱਕੇ ਨੇ ਔਰ ਉਹਨਾਂ ਦੇ ਸਹਿਯੋਗ ਸਦਕਾ ਹੀ ਇੱਥੇ ਸਾਰੀਆਂ ਸੇਵਾਵਾਂ ਨਿਭਾਈਆਂ ਜਾਂਦੀਆਂ। ਲੋਕਾਂ ਦੇ ਘਰਾਂ 'ਚ ਜੋ ਪੁਰਾਣਾ ਕੱਪੜਾ ਪਿਆ ਹੁੰਦਾ ਉਹ ਇੱਥੇ ਭੇਜਿਆ ਜਾਂਦਾ, ਉਹਨਾਂ ਦੇ ਘਰਾਂ 'ਚੋਂ ਡੋਨੇਸ਼ਨ ਦਿੱਤੀ ਜਾਂਦੀ ਹੈ, ਕੈਸ਼ ਵੀ ਦਿੱਤਾ ਜਾਂਦਾ ਹੈ। ਦੈਨ ਉਹਦੇ ਨਾਲ ਗੱਲ ਕੀਤੀ ਜਾਵੇ ਰਾਸ਼ਨ ਦੀ, ਕਿ ਜੋ ਇੱਥੇ ਦੁਪਹਿਰ ਨੂੰ ਰੋਜ਼ ਅਸੀਂ ਖਾਣਾ ਤਿਆਰ ਕਰਦੇ ਹਾਂ, ਉਹਨਾਂ ਦੇ ਘਰਾਂ ਦੇ ਵਿੱਚੋਂ ਉਹ ਰਾਸ਼ਨ, ਆਟਾ, ਦਾਲ, ਨਮਕ ਉਹ ਡੋਨੇਟ ਕਰਦੇ ਨੇ ਔਰ ਉਹਦੇ ਸਦਕਾ ਹੀ ਇਹ ਸੰਸਥਾ ਚੱਲ ਰਹੀ ਹੈ। ਜੀ, ਤੁਹਾਡੀ ਸੰਸਥਾ ਵਿੱਚ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਰੋਟੀ, ਕੱਪੜਾ, ਦਵਾਈ, ਹੋਰ ਚੀਜ਼ਾਂ, ਪਰ ਇਸ ਦੇ ਨਾਲ ਮੈਂ ਇੱਕ ਗੱਲ ਹੋਰ ਨਵੀਂ ਦੇਖ ਰਿਹਾ ਕਿ ਸੰਸਥਾ ਦੇ ਵਿੱਚ ਹੁਣ ਜਿੱਦਾਂ ਇੱਕ ਤੁਸੀਂ ਪੇਸ਼ੈਂਟ ਨੂੰ ਵੀ ਲੈ ਕੇ ਗਏ ਜਿਹਦੀ ਲੱਤ ਖਰਾਬ ਸੀ, ਦੂਸਰੇ ਪਾਸੇ ਦੇਖਿਆ ਜਾਵੇ ਪਿੰਡ ਮੁਰੀਦਪੁਰ ਵਿੱਚ ਜਿਹਦਾ ਘਰ, ਉਸ ਲੇਡੀ ਦਾ ਘਰ ਨਹੀਂ ਸੀ, ਛੱਤ ਡਿੱਗੀ ਹੋਈ ਸੀਗੀ, ਨਾ ਬਿਜਲੀ ਨਾ ਪਾਣੀ। ਮਤਲਬ ਸੰਸਥਾ ਦੇ ਨਾਲ ਇਹ ਜਿਹੜੀ ਸੇਵਾ ਕਰਨੀ ਕਿਵੇਂ ਸ਼ੁਰੂ ਕੀਤੀ? ਦੇਖੋ ਜੀ, ਬਹੁਤ ਜਿਸ ਤਰ੍ਹਾਂ ਕਿ ਆਪਾਂ ਦੇਖ ਰਹੇ ਹਾਂ ਕਿ ਲੋਕ ਦੁਖੀ ਤੋਂ ਦੁਖੀ ਨੇ ਇਸ ਟਾਈਮ। ਸਾਨੂੰ ਮੈਂ ਦੱਸਣਾ ਚਾਹੁੰਦਾ ਕਿ ਬਹੁਤ ਦੇਰ ਪਹਿਲੇ ਅਸੀਂ ਅੱਜ ਤੋਂ 5-6 ਮਹੀਨੇ ਪਹਿਲੇ ਤੋਂ ਜਿੱਦਾਂ ਕਿ ਸੜਕਾਂ ਦੇ ਉੱਤੇ ਜਿਹੜੇ ਹੈਲਪਲੈਸ ਹੋਮਲੈਸ ਪੀਪਲਸ ਨੇ, ਅਸੀਂ ਉਹਨਾਂ ਨੂੰ ਚੱਕ ਕੇ ਉਹਨਾਂ ਦੀ ਸੇਵਾ ਨਿਭਾ ਰਹੇ ਹਾਂ। ਸਾਨੂੰ ਕਾਲ ਆਈ ਸੀ ਕਰਤਾਰਪੁਰ ਤੋਂ ਕਿ ਉੱਥੇ ਕਿਸੇ ਦੇ ਪੈਰਾਂ ਦੇ ਵਿੱਚ ਕੀੜੇ ਚੱਲ ਰਹੇ ਸੀਗੇ, ਅਸੀਂ ਉਹਨੂੰ ਚੁੱਕ ਕੇ ਲੈ ਕੇ ਆਏ ਸੀ। ਉਹ ਭਾਜੀ ਮੁਰੀਦਪੁਰ ਪਿੰਡ 'ਚ ਸੀਗੇ। ਮੁਰੀਦਪੁਰ ਤੋਂ ਜਦੋਂ ਉਹਨਾਂ ਦਾ ਇਲਾਜ ਹੋਇਆ, ਉਹਨਾਂ ਦਾ ਦੁਆਰ ਤੋਂ ਫੋਨ ਆਇਆ ਕਿ ਮੁਰੀਦਪੁਰ ਪਿੰਡ ਦੇ ਵਿੱਚ ਵੀ ਇੱਕ ਪੇਸ਼ੈਂਟ ਇੱਦਾਂ ਦੇ ਹੈਗੇ ਨੇ, ਉਹਨਾਂ ਦਾ ਵੀ ਆਪਾਂ ਇਲਾਜ ਕਰਾਉਣਾ। ਉਹਨਾਂ ਦਾ ਇਲਾਜ ਕਰਾਉਣ ਦੇ ਨਾਲ ਉੱਥੇ ਇੱਕ ਪਰਿਵਾਰ ਨੂੰ ਮਿਲਿਆ ਗਿਆ ਜਾ ਕੇ, ਜਿਨ੍ਹਾਂ ਦੀ ਕੀ ਛੱਤ ਨਹੀਂ ਸੀ, ਜਿਨ੍ਹਾਂ ਦੇ 3 ਬੱਚੇ ਸੀ ਔਰ ਘਰ ਵਾਲਾ ਮੰਦਬੁੱਧੀ ਸੀ। ਅੱਜ ਸਾਰੀ ਸੰਗਤ ਦੇ ਸਹਿਯੋਗ ਸਦਕਾ ਨੀਅਰ ਅਬਾਊਟ 3 ਲੱਖ ਰੁਪਈਏ ਦਾ ਖਰਚਾ ਉਹਨਾਂ ਦੇ ਘਰ ਬਣਾਉਣ ਨੂੰ ਔਰ ਸਾਰੀ ਸੰਗਤ ਦੇ NRI ਵੀਰਾਂ ਦੇ ਸਹਿਯੋਗ ਸਦਕਾ ਅੱਜ ਉਹਨਾਂ ਦੇ ਘਰ ਦੀ ਉਸਾਰੀ ਚੱਲ ਰਹੀ ਹੈ। ਜੀ, ਆਖਰੀ ਉਮੀਦ ਜਿਹੜੀ ਹੈ NGO ਹੈ, ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਹੋਰ ਜ਼ਿਲ੍ਹੇ ਦੇ ਵਿੱਚ ਵੀ ਦੇਖਣ ਨੂੰ ਮਿਲੇਗੀ? ਜੀ ਬਿਲਕੁਲ, ਮੈਂ ਦੱਸਣਾ ਚਾਹੁੰਦਾ ਕਿ ਅਸੀਂ ਬਹੁਤ ਹੀ ਜਲਦ, ਜਿੱਦਾਂ ਕਿ ਲੁਧਿਆਣੇ ਤੋਂ ਸਾਨੂੰ ਕੱਪੜਿਆਂ ਦੀ ਸੇਵਾ ਬਹੁਤ ਆ ਰਹੀ ਹੈ, ਅੰਮ੍ਰਿਤਸਰ ਤੋਂ ਆ ਰਹੀ ਹੈ, ਔਰ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਲੁਧਿਆਣੇ ਵੀ ਇਸ ਤਰ੍ਹਾਂ ਦਾ ਇੱਕ ਸਟੋਰ ਓਪਨ ਕਰਨ ਜਾ ਰਹੇ ਹਾਂ ਜਿੱਥੇ ਕਿ 11 ਰੁਪਈਆਂ ਦੇ ਵਿੱਚ ਕੱਪੜਾ, ਰੋਟੀ, ਦਵਾਈ ਅਤੇ ਐਂਬੂਲੈਂਸ ਸੇਵਾ ਤੇ 1111 ਰੁਪਈਆਂ 'ਚ ਰਾਸ਼ਨ ਦਿੱਤਾ ਜਾਏਗਾ। ਜੀ, ਉਸੇ ਤਰ੍ਹਾਂ ਅਸੀਂ ਅਲੱਗ-ਅਲੱਗ ਜ਼ਿਲ੍ਹਿਆਂ 'ਚ ਅੰਮ੍ਰਿਤਸਰ ਦੇ ਵਿੱਚ ਵੀ ਜਲਦੀ ਤੋਂ ਜਲਦੀ ਓਪਨ ਕਰਾਂਗੇ। ਜੀ, ਔਰ ਮੈਂ ਜਿੱਥੇ ਇਹ ਸਾਰੀਆਂ ਸੇਵਾਵਾਂ ਪਰਮਾਤਮਾ ਲੈ ਰਹੇ ਨੇ, ਉੱਥੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ, ਸਾਰੇ ਵਲੰਟੀਅਰਸ ਨੂੰ ਅਪੀਲ ਕਰਨੀ ਚਾਹੁੰਦਾ ਕਿ ਮਨੁੱਖਤਾ ਦੀ ਸੇਵਾ ਵਾਸਤੇ ਤੁਸੀਂ ਵੀ ਸਾਰੇ ਅੱਗੇ ਆਓ। ਅਸੀਂ ਸਾਰੇ ਮਿਲ ਕੇ ਮਨੁੱਖਤਾ ਦੀ ਸੇਵਾ ਲਈ ਛੋਟਾ ਜਿਹਾ ਉਪਰਾਲਾ ਸ਼ੁਰੂ ਕਰੀਏ ਅਤੇ ਲੋੜਵੰਦਾਂ ਦੀਆਂ ਅਸੀਸਾਂ ਲੈ ਕੇ ਉਸ ਪਰਮਾਤਮਾ ਦੀ ਅਸੀਸ ਦੇ ਪਾਤਰ ਬਣੀਏ। ਤੁਹਾਡਾ ਦਿੱਤਾ ਹੋਇਆ 1 ਰੁਪਈਆ ਵੀ ਕਿਸੇ ਦਾ ਘਰ
ਕਿਸੇ ਦੀ ਛੱਤ ਟੁੱਟੀ ਉਹਦਾ ਘਰ ਬਣ ਸਕਦਾ ਹੈ, ਕਿਸੇ ਦੇ ਇਲਾਜ ਦੇ ਵਿੱਚ ਸਹਾਈ ਹੋ ਸਕਦਾ ਹੈ। ਤੁਹਾਡਾ ਦਿੱਤਾ ਹੋਇਆ ਦਸਵੰਧ ਕਈ ਗੁਣਾ ਵਾਪਸ ਹੋ ਕੇ ਤੁਹਾਡੇ ਘਰ ਹੀ ਆਏਗਾ। ਔਰ ਦਿਲ ਖੋਲ ਕੇ ਦਸਵੰਧ ਦਿਆ ਕਰੋ ਤਾਂ ਕਿ ਅਸੀਂ ਉਹਨਾਂ ਲੋਕਾਂ ਦੀਆਂ ਸੇਵਾਵਾਂ ਦੇ ਵਿੱਚ ਨਿਰੰਤਰ ਇਹ NGO ਆਖਰੀ ਉਮੀਦ ਸੰਸਥਾ ਵੱਲੋਂ ਇਹ ਸੇਵਾਵਾਂ ਨਿਭਾਈਆਂ ਜਾਣ। ਜੀ ਜਾਂਦੇ ਜਾਂਦੇ ਹੁਣ ਸਾਡੇ ਦਰਸ਼ਕਾਂ ਲਈ ਕੋਈ ਸੁਨੇਹਾ ਦੇਣਾ ਚਾਹੋ? ਜੀ ਮੈਂ ਦੱਸਣਾ ਚਾਹੁੰਦਾ ਕਿ ਤੁਹਾਡੇ ਘਰਾਂ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਕੱਪੜਾ ਪਿਆ, ਤੁਹਾਡੇ ਘਰ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਕੱਪੜੇ ਪਏ ਜੋ ਤੁਹਾਡੀ ਵਰਤੋਂ ਵਿੱਚ ਨਹੀਂ, ਤੁਹਾਡੇ ਬੱਚਿਆਂ ਦੇ ਸ਼ੂਜ਼ ਹੋ ਸਕਦੇ ਨੇ, ਬੱਚਿਆਂ ਦੀਆਂ ਬੁੱਕਸ, ਬੱਚਿਆਂ ਦੀ ਯੂਨੀਫਾਰਮ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਸਮਾਨ ਜੋ ਤੁਹਾਡੀ ਵਰਤੋਂ ਵਿੱਚ ਨਹੀਂ, ਤੁਸੀਂ ਉਹ ਦੇਣ ਵਾਸਤੇ ਜਾਂ ਕਿਸੇ ਤਰੀਕੇ ਦੀ ਸੇਵਾ ਦੇਣ ਵਾਸਤੇ ਜਾਂ ਲੈਣ ਵਾਸਤੇ ਇਸ ਸੰਸਥਾ ਨਾਲ ਸੰਪਰਕ ਕਰ ਸਕਦੇ ਹੋ। ਸਾਡੀ ਸੰਸਥਾ ਦੇ ਜੋ ਮੋਬਾਈਲ ਨੰਬਰ ਨੇ 9115560161 162 163 4 ਅਤੇ 5। ਮੈਂ ਦੁਬਾਰਾ ਤੋਂ ਰਿਪੀਟ ਕਰ ਦਿੰਦਾ 9115560161 2 3 4 ਅਤੇ 5। ਇਹ 5 ਨੰਬਰ NGO ਦੇ ਸੰਸਥਾ ਦੇ ਚੱਲ ਰਹੇ ਨੇ। ਔਰ ਸਾਡਾ ਜੋ ਮੁੱਖ ਦਫ਼ਤਰ ਹੈ ਉਹ ਬਸਤੀ ਸ਼ੇਖ ਰੋਡ ਦੇ ਉੱਤੇ ਬੈਂਕ ਆਫ ਬੜੌਦਾ ਦੀ ਬਿਲਡਿੰਗ ਉਹਦੇ ਅਪਸਟੇਅਰ ਦੇ ਉੱਤੇ ਹੈ। ਤੁਸੀਂ ਕਿਸੇ ਤਰੀਕੇ ਦੀ ਸੇਵਾ ਲੈਣ ਅਤੇ ਦੇਣ ਵਾਸਤੇ ਇਸ NGO ਨਾਲ ਸੰਪਰਕ ਕਰ ਸਕਦੇ ਹੋ। ਜੀ ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਲਈ। ਸੋ ਇਸ ਦੇ ਨਾਲ ਹੀ ਜਿਹੜਾ ਸਾਡਾ ਐਪੀਸੋਡ ਇੱਥੇ ਖਤਮ ਹੁੰਦਾ। ਅਗਲੀ ਵਾਰ ਇੱਕ ਨਵੇਂ ਚਿਹਰੇ ਦੇ ਨਾਲ ਤੁਹਾਨੂੰ ਰੂਬਰੂ ਕਰਵਾਵਾਂਗੇ। ਉਦੋਂ ਤੱਕ ਲਈ ਸਾਡਾ ਚੈਨਲ ਦੇਖਦੇ ਰਹੋ ਪ੍ਰੋ ਸੁਨੇਹਾ। ਸਤਿ ਸ਼੍ਰੀ ਅਕਾਲ।